नया सवेरा ये प्रोडक्ट है। ਇਹਦੇ ਅੰਦਰ ਕੀ ਹੈ, ਟੋਟਲ ਆਯੁਰਵੈਦਿਕ ਭਸਮਾਂ ਨੇ ਜਿਹਦੇ ਨਾਲ ਪਹਿਲੇ ਦਿਨ ਤੋਂ ਤੋੜ ਤਕਲੀਫ ਬੰਦ ਹੋ ਜਾਂਦੀ ਹੈ ਔਰ ਪਹਿਲੇ ਦਿਨ ਤੋਂ ਅਸੀਂ ਨਸ਼ੇ ਨੂੰ ਬੰਦ ਕਰਾ ਦਿੰਦੇ ਹਾਂ। 1 ਤੋਂ 1.5 ਮਹੀਨੇ ਦਾ ਇਹਦਾ ਕੋਰਸ ਹੈ ਔਰ ਪਹਿਲੇ ਦਿਨ ਤੋਂ ਨਸ਼ਾ ਬੰਦ ਹੋ ਜਾਏਗਾ। ਕਿਸੇ ਵੀ ਤਰ੍ਹਾਂ ਦਾ ਨਸ਼ਾ ਉਹ ਪਹਿਲੇ ਦਿਨ ਤੋਂ ਅਸੀਂ ਬੰਦ ਕਰਾਂਗੇ। ਕਹਿੰਦੇ ਨੇ ਨਸ਼ੇ ਨੇ ਬੜੇ ਘਰ ਬਰਬਾਦ ਕਰ ਦਿੱਤੇ। ਅਸੀਂ ਵੀ ਕਈ ਵਾਰੀ ਜਾਂਦੇ ਆ, ਦੇਖਦੇ ਆ ਨੌਜਵਾਨ ਜਿਹੜੇ ਆ ਵੱਡੀਆਂ ਵੱਡੀਆਂ ਬਿਮਾਰੀਆਂ ਲਵਾ ਬੰਦੇ ਆ। ਕਈ ਨੌਜਵਾਨ ਜਿਹੜੇ ਆ ਬੜੀ ਛੋਟੀ ਉਮਰੇ ਚਲੇ ਜਾਂਦੇ ਆ। ਤੁਹਾਡੇ ਕੋਲ ਕੋਈ ਬੰਦਾ ਆਇਆ ਹੋਵੇ ਜਿਹੜਾ ਕਹਿੰਦਾ ਹੋਵੇ ਵੀ ਜਿੱਦਾਂ ਮਰਜ਼ੀ ਬਸ ਛੁਡਵਾ ਦਿਓ, ਮੇਰੀ ਜ਼ਿੰਦਗੀ ਹੁਣ ਖਤਮ ਹੋਣ ਵਾਲੀ ਹੈ। ਕਈ ਪੇਸ਼ੈਂਟ ਇਸ ਤਰ੍ਹਾਂ ਦੇ ਨੇ, ਕਈ ਬੁੜੀਆਂ ਮਾਵਾਂ ਆ ਕੇ ਕਹਿੰਦੀਆਂ ਨੇ ਕਿ ਇੱਕ ਮੁੰਡਾ ਜਵਾਨ ਮਰ ਗਿਆ, ਇੱਕ ਇਹ ਹੈ, ਇਹ ਵੀ ਚਿੱਟੇ ਦੇ ਇੰਜੈਕਸ਼ਨ ਲਾਉਂਦਾ ਡਾਕਟਰ ਸਾਹਿਬ, ਇਹਦੀ ਜਾਨ ਬਚਾਓ। ਔਰ ਐਸੇ ਬਹੁਤ ਸਾਰੇ ਪੇਸ਼ੈਂਟ ਨੇ ਜਿਨ੍ਹਾਂ ਦੇ ਘਰ ਵਿਕ ਗਏ। ਐਸੇ ਪੇਸ਼ੈਂਟ ਨੇ ਜਿਨ੍ਹਾਂ ਦੀ ਘਰ ਵਾਲੀਆਂ ਦਾ ਸੋਨਾ ਤੱਕ ਵਿਕ ਗਿਆ। ਪਹਿਲੇ ਦਿਨ ਤੋਂ ਤੁਸੀਂ ਗੱਲ ਕਰ ਰਹੇ ਹੋ, ਬੜੀ ਵੱਡੀ ਗੱਲ ਹੈ ਜਿਸ ਨੂੰ ਛੱਡਦੇ ਕਈ ਸਾਲ ਲੱਗ ਜਾਂਦੇ ਆ। ਲੋਕਾਂ ਦੀ ਪੂਰੀ ਜ਼ਿੰਦਗੀ ਨਿਕਲ ਜਾਂਦੀ ਹੈ। ਲੋਕੀ ਕਹਿੰਦੇ ਅਸੀਂ ਛੱਡਣਾ ਚਾਹੁੰਦੇ ਆ ਪਰ ਛੱਡ ਨਹੀਂ ਪਾਉਂਦੇ। ਜਿਹੜੀਆਂ ਇਹਦੇ ਅੰਦਰ ਭਸਮਾਂ ਨੇ ਉਹ ਭਸਮਾਂ ਪੇਸ਼ੈਂਟ ਦੀ ਇਮਿਊਨਿਟੀ ਪਾਵਰ ਅਪ ਕਰਦੀ ਹੈ। ਅਸੀਂ ਇਹਦੀ ਡੋਜ਼ ਨਸ਼ੇ ਦੀ ਡੋਜ਼ ਦੇ ਅਕੋਰਡਿੰਗ ਬਣਾਉਂਦੇ ਹਾਂ। 1 ਗ੍ਰਾਮ ਚਿੱਟਾ ਲੈ ਰਿਹਾ ਅਗਰ ਪੇਸ਼ੈਂਟ ਤੇ ਉਹਦੇ ਅਕੋਰਡਿੰਗ ਅਸੀਂ ਇਹਦੀ ਡੋਜ਼ ਬਣਾਉਣੀ ਹੈ। 1 ਗ੍ਰਾਮ ਨੂੰ ਜਿਹੜੇ ਮੇਨਟੇਨ ਕਰੇਗੀ ਇਹਦੀ ਡੋਜ਼ ਬਣਾਵਾਂਗੇ ਤਾਂ ਜਦ ਇਹ ਲਏਗਾ ਚਿੱਟਾ ਬੰਦ ਹੋ ਜਾਏਗਾ। ਇਹ ਤਾਂ ਨਹੀਂ ਇਹਦੀ ਆਦਤ ਪੈ ਜਾਊਗੀ। ਅਸੀਂ ਵੀ ਦੇਖਿਆ ਜਦੋਂ ਪੰਜਾਬ ਸਰਕਾਰ ਪਿੱਛੇ ਗੋਲੀਆਂ ਬੰਦ ਕਰ ਦਿੰਦੀ ਆ ਤਾਂ ਲਾਈਨਾਂ ਜਿਹੜੀਆਂ ਨੇ ਐਡੀਆਂ ਵੱਡੀਆਂ ਲੱਗਦੀਆਂ ਨੇ, ਗੋਲੀਆਂ ਦੀ ਬਲੈਕ ਹੋਣੀ ਸ਼ੁਰੂ ਹੋ ਜਾਂਦੀ। ਅਸੀਂ 4 ਦਿਨ ਤੋਂ ਬਾਅਦ ਇਹਦੀ ਡੋਜ਼ ਘਟਾਣੀ ਸ਼ੁਰੂ ਕਰ ਦਿੰਦੇ ਹਾਂ। ਸਪੋਜ਼ ਕਰੋ ਅਸੀਂ 15 ਕੈਪਸੂਲ ਤੋਂ ਸ਼ੁਰੂ ਕਰਦੇ ਹਾਂ ਤਾਂ ਤਕਰੀਬਨ 40 ਤੋਂ 45 ਦਿਨ ਦੇ ਵਿੱਚ ਇੱਕ ਕੈਪਸੂਲ ਤੇ ਲਿਆ ਕੇ ਉਹਨੂੰ ਬੰਦ ਕਰਦੇ ਹਾਂ। ਔਰ ਮੇਰੇ ਕੋਲ ਔਨ ਰਿਕਾਰਡ 3 ਤੋਂ 4000 ਪੇਸ਼ੈਂਟ ਨੇ ਜਿਹੜੇ ਹੁਣ ਤੱਕ ਬਿਲਕੁਲ ਨਸ਼ਾ ਮੁਕਤ ਹੋ ਚੁੱਕੇ। ਕਿਹਾ ਜਾਂਦਾ ਵੀ ਅਫੀਮ ਬੜੀ ਵਧੀਆ ਆ, ਅਫੀਮ ਦੀ ਖੇਤੀ ਹੋਣੀ ਚਾਹੀਦੀ ਆ, ਅਫੀਮ ਦੇ ਫਾਇਦੇ ਬਹੁਤ ਹੈ, ਕਈ ਦਵਾਈਆਂ ਦੇ ਵਿੱਚ ਪਾਈ ਜਾਂਦੀ ਆ। ਜੇ ਬੰਦੇ ਨੂੰ ਅਫੀਮ ਦੇ ਦਿੱਤੀ ਜਾਵੇ, ਇਹ ਵੀ ਤੱਕ ਕਹੀ ਜਾਂਦੀ ਹੈ ਵੀ ਚਿੱਟਾ ਖਤਮ ਹੋ ਸਕਦਾ ਅਫੀਮ ਨਾਲ, ਪਰ ਤੁਸੀਂ ਕਹਿੰਦੇ ਅਸੀਂ ਅਫੀਮ ਛੁਡਾਈ ਜਾਂਦੇ ਲੋਕਾਂ ਦੀ। ਅਫੀਮ ਅਗਰ ਦਵਾਈ ਦੇ ਤਰੀਕੇ ਨਾਲ ਲਓਗੇ ਤਾਂ ਉਹ ਦਵਾਈ ਹੈ। ਅਗਰ ਉਹਦੀ ਡੋਜ਼ ਵਧਾ ਲਓਗੇ, ਮੇਰੇ ਕੋਲ ਪਤਾ ਕਿੰਨੀ ਡੋਜ਼ ਵਾਲੇ ਪੇਸ਼ੈਂਟ ਆਉਂਦੇ ਨੇ, 300 ਗ੍ਰਾਮ ਯਾਨੀ 6 ਛਟਾਕ 1 ਮਹੀਨੇ ਦੀ ਖਾਣ ਵਾਲੇ ਪੇਸ਼ੈਂਟ ਆਉਂਦੇ ਨੇ। ਇਸ ਦਾ ਕੋਈ ਨੁਕਸਾਨ ਹੁੰਦਾ? ਜੇ ਅਫੀਮ ਬੰਦਾ ਜ਼ਿਆਦਾ ਖਾ ਰਿਹਾ ਤਾਂ ਉਸ ਦਾ ਕੋਈ ਨੁਕਸਾਨ ਹੋ ਸਕਦਾ? ਕਿਉਂਕਿ ਇਸ ਨੂੰ ਨਾ ਹੁਣ ਜੇ ਆਪਾਂ ਫੇਸਬੁੱਕ ਦੇਖਦੇ ਹਾਂ, ਕੁਝ ਵੀ ਦੇਖਦੇ ਹਾਂ ਤਾਂ ਦਿਨ ਦੇ ਵਿੱਚ ਇੱਕ ਵੀਡੀਓ ਆ ਜਾਏਗੀ ਜਿਹੜੀ ਇਸ ਦੀ ਪੂਰੀ ਪੋਜ਼ਿਟਿਵਿਟੀ ਗਿਣਾਏਗੀ, ਕਹੇਗੀ ਅਫੀਮ ਦਾ ਫਾਇਦਾ ਹੀ ਬਹੁਤ ਹੈ, ਇਹ ਖਾਣੀ ਚਾਹੀਦੀ ਹੈ, ਹਰ ਕਿਸੇ ਨੂੰ ਖਾਣੀ ਚਾਹੀਦੀ ਹੈ, ਹਾਰਟ ਬੜਾ ਵਧੀਆ ਰਹਿੰਦਾ ਇਸ ਨਾਲ। ਇੱਕ ਮੇਰੇ ਕੋਲ ਚੰਡੀਗੜ੍ਹ ਤੋਂ ਪੇਸ਼ੈਂਟ ਆਇਆ, ਕਹਿੰਦਾ ਮੈਂ ਇੱਕ ਦਿਨ ਦੇ ਵਿੱਚ 10 ਕੋਰੈਕਸ ਦੀਆਂ ਬੋਤਲਾਂ ਪੀਂਦਾ। ਕੋਰੈਕਸ ਦੀਆਂ ਸ਼ੀਸ਼ੀਆਂ, ਕੋਰੈਕਸ ਦੀਆਂ ਸ਼ੀਸ਼ੀਆਂ 10। ਅੱਛਾ, ਉਹ ਵੀ ਇਸ ਦਵਾਈ ਨਾਲ ਛੁੱਟ ਗਈ? ਇਸ ਦਵਾਈ ਤੁਸੀਂ ਕੋਰੈਕਸ ਦੀ ਗੱਲ ਕਰਦੇ ਹੋ, ਮੈਂ ਕਹਿ ਰਿਹਾ ਚਿੱਟਾ, ਅਫੀਮ, ਭੁੱਕੀ, ਮੈਡੀਕਲ ਨਸ਼ਾ। ਮੈਂ ਚੈਲੰਜ ਦੇ ਨਾਲ ਇਸ ਗੱਲ ਨੂੰ ਕਹਿਣਾ, ਜਿਹੜਾ ਪੇਸ਼ੈਂਟ ਮੇਰੇ ਕੋਲੋਂ 1 ਹਫ਼ਤੇ ਦੀ ਮੈਡੀਸਿਨ ਲੈ ਕੇ ਚਲਾ ਗਿਆ ਉਹ 1 ਹਫ਼ਤਾ ਪੂਰਾ ਹੋਣ ਤੋਂ ਪਹਿਲਾਂ ਦੁਬਾਰਾ ਆਏਗਾ। ਅਸੀਂ ਦਿੰਦੇ ਹੀ ਨਹੀਂ ਪੂਰਾ ਕੋਰਸ, ਅਸੀਂ ਹਫ਼ਤੇ ਦੀ ਮੈਡੀਸਿਨ ਦਿੰਦੇ ਹਾਂ ਕਿਉਂਕਿ ਹਫ਼ਤੇ ਦੇ ਵਿੱਚ ਉਹਦਾ ਚਿੱਟੇ ਦਾ ਖਰਚਾ ਬਚਣਾ ਸ਼ੁਰੂ ਹੋ ਜਾਏਗਾ ਔਰ ਇਹ ਟ੍ਰੀਟਮੈਂਟ ਸ਼ੁਰੂ ਹੋ ਜਾਏਗਾ। ਹਫ਼ਤੇ ਦੇ ਅੰਦਰ ਉਹ ਬਿਲਕੁਲ ਨਾਰਮਲ ਹੋ ਜਾਏਗਾ। ਮੰਨ ਲਓ ਤੋੜੇ ਦੇ ਨਾਲ ਖਤਮ ਹੋਊਗੀ ਕਿਉਂਕਿ ਇਹਦੇ ਨਾਲ ਹਾਈ ਇਮਿਊਨਿਟੀ ਹੈ। ਜਿਹੜੀਆਂ ਭਸਮਾਂ ਪਾਈਆਂ ਨੇ ਉਹ ਹਾਈ ਇਮਿਊਨਿਟੀ ਪਾਵਰ ਹੈ। ਇਹ ਜਦ ਨਸ਼ੇ ਦੀ ਡੋਜ਼ ਦੇ ਅਕੋਰਡਿੰਗ ਬਣਾਤੀ ਤਾਂ ਉਹਨੂੰ ਵੀਕਨੈਸ ਨਹੀਂ ਹੋਣੀ, ਤੋੜ ਨਹੀਂ ਲੱਗਣੀ। ਤੇ ਜਿਹੜਾ ਕਹਿੰਦਾ ਮਾਨਸਿਕ ਤਣਾਅ ਜਾਂ ਨੀਂਦ ਦੀ ਕਮੀ, ਇਹਦੇ ਨਾਲ ਅਸੀਂ ਇੱਕ ਰੈਸਟਰੋਫਿਟ ਹੈ, ਇਹ ਐਂਜ਼ਾਈਟੀ, ਡਿਪਰੈਸ਼ਨ, ਨੀਂਦ ਦੀ ਕਮੀ, ਕੋਈ ਵੀ ਪ੍ਰੋਬਲਮ ਹੈ ਖਤਮ ਕਰਦੀ ਹੈ। ਜਿਹੜੀਆਂ ਮਾਵਾਂ ਤੁਸੀਂ ਕਿਹਾ ਵੀ ਤੁਹਾਡੇ ਕੋਲ ਆ ਕੇ ਰੋਂਦੀਆਂ ਸੀ, ਕਹਿੰਦੀਆਂ ਸੀ ਵੀ ਮੇਰੇ ਪੁੱਤ ਦਾ ਨਸ਼ਾ ਛੁਡਵਾ ਦਿਓ, ਹੁਣ ਇੱਕ ਪੁੱਤ ਹੀ ਰਹਿ ਗਿਆ, ਇੱਕ ਨਸ਼ੇ ਨਾਲ ਮਰ ਗਿਆ, ਫਿਰ ਉਹ ਮਾਵਾਂ ਦੁਆਵਾਂ ਦੇ ਕੇ ਜਾਂਦੀਆਂ? ਬਹੁਤ ਜ਼ਿਆਦਾ ਦੁਆਵਾਂ ਮਿਲਦੀਆਂ ਨੇ ਔਰ ਦੁਆਵਾਂ ਦੀ ਹੀ ਸਾਨੂੰ ਲੋੜ ਹੈ। ਸਾਡਾ ਇਹ ਜਿਹੜਾ ਇੰਟਰਵਿਊ ਹੈ ਜਾਂ ਇਹ ਜਿਹੜੀ ਵੀਡੀਓ ਬਣ ਰਹੀ ਹੈ, ਇਹ ਕੋਈ ਪਾਪੂਲਰ ਹੋਣਾ ਜਾਂ ਪੈਸਾ ਕਮਾਉਣਾ ਮਕਸਦ ਨਹੀਂ ਹੈ। ਮਕਸਦ ਸਿਰਫ ਜਿਹੜਾ ਦਿਲੋਂ ਮਕਸਦ ਹੈ ਉਹ ਸੇਵਾ ਹੈ। ਇੱਕ ਮੁਹਿੰਮ ਚਲਾਈ ਹੈ ਕਿ ਸਾਡਾ ਪੰਜਾਬ ਨਸ਼ਾ ਮੁਕਤ ਹੋਵੇ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰਜੋਤ ਸਿੰਘ। ਅਕਸਰ ਹੀ ਪੰਜਾਬ ਦੇ ਵਿੱਚ ਜੇ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦਾ ਨਾਮ ਜਿਹੜਾ ਹੈ 5 ਦਰਿਆਵਾਂ ਤੋਂ ਪਿਆ। 5 ਦਰਿਆਵਾਂ ਦੀ ਧਰਤੀ ਇਸ ਨੂੰ ਕਿਹਾ ਜਾਂਦਾ ਹੈ, ਪਾਵਨ ਧਰਤੀ ਮੰਨਿਆ ਜਾਂਦਾ ਹੈ। ਪਰ ਉਸ ਧਰਤੀ ਦੇ ਵਿੱਚ 6ਵਾਂ ਦਰਿਆ ਵੀ ਵਗਣ ਲੱਗ ਪਿਆ, ਨਸ਼ੇ ਦਾ ਦਰਿਆ। ਜ਼ਰੂਰ ਮੈਂ ਕਹਾਂਗਾ ਨਸ਼ਾ ਸਿਰਫ ਪੰਜਾਬ 'ਚ ਨਹੀਂ ਹੈ। ਜੇ ਆਸ-ਪਾਸ ਦੀ ਸਟੇਟਾਂ ਦੀ ਗੱਲ ਕਰਦੇ ਹਾਂ ਜਾਂ ਪੂਰੇ ਭਾਰਤ ਭਰ ਦੀ ਗੱਲ ਕਰਦੇ ਹਾਂ ਜਾਂ ਪੂਰੇ ਸੰਸਾਰ ਭਰ ਦੀ ਗੱਲ ਕਰਦੇ ਹਾਂ ਤਾਂ ਨਸ਼ਾ ਪੂਰੇ ਸੰਸਾਰ ਦੇ ਵਿੱਚ ਹੈ, ਪੂਰੇ ਭਾਰਤ ਭਰ 'ਚ ਹੈ ਅਤੇ ਪੰਜਾਬ ਦੇ ਵਿੱਚ ਵੀ ਹੈ। ਬਾਕੀ ਸਟੇਟਾਂ ਜ਼ਰੂਰ ਪੰਜਾਬ ਨਾਲੋਂ ਵੱਧ ਹੋਏਗਾ, ਪਰ ਇਸ ਸਟੇਟ ਦੇ ਵਿੱਚ ਲੋਕ ਇਸ ਦਾ ਵਿਰੋਧ ਵੀ ਕਰਦੇ ਆ। ਪਰ ਨਸ਼ੇ ਨੇ ਜਿਹੜੇ ਆ ਕਾਫੀ ਘਰ ਬਰਬਾਦ ਕਰ ਦਿੱਤੇ। ਤਾਂ ਇਸ ਦੇ ਵਿੱਚ ਹੀ ਅੱਜ ਮਲੇਰਕੋਟਲਾ ਪਹੁੰਚੇ ਹਾਂ, ਜਿਨ੍ਹਾਂ ਕੋਲ ਇੱਕ ਐਸਾ ਪ੍ਰੋਡਕਟ ਹੈ ਜਿਹੜਾ ਲੋਕਾਂ ਨੂੰ ਨਸ਼ੇ ਤੋਂ ਮੁਕਤ ਕਰ ਦਿੰਦਾ। ਇਹਦੇ ਕਰਕੇ ਤੁਹਾਡੇ 'ਚ ਚਾਹ ਵੀ ਜਿਹੜੀ ਆ ਹੋਣੀ ਚਾਹੀਦੀ ਆ। ਕਈ ਪੇਸ਼ੈਂਟਸ ਨੇ ਇਹਨਾਂ ਕੋਲ ਆਏ ਅਤੇ
ਆਪਣੀ ਹੁਣ ਜੀਵਨ ਉਹਨਾਂ ਨੇ ਉਸ ਤਰੀਕੇ ਨਾਲ ਜਿੱਦਾਂ ਨਸ਼ੇ ਤੋਂ ਪਹਿਲਾਂ ਜੀਵਨ ਜਿੰਦੇ ਸੀ ਉੱਦਾਂ ਹੀ ਜੀਣਾ ਸ਼ੁਰੂ ਕਰ ਦਿੱਤਾ। ਹੁਣ ਤੁਹਾਡਾ ਜ਼ਿਆਦਾ ਸਮਾਂ ਨਹੀਂ ਲਵਾਂਗੇ, ਹੁਣ ਇਹਨਾਂ ਨਾਲ ਗੱਲਬਾਤ ਵੀ ਕਰ ਲੈਂਦੇ ਹਾਂ। ਤਾਂ ਇਸਲਾਮ ਯੂਨਾਨੀ ਆਯੁਰਵੈਦਿਕ ਕਲੀਨਿਕ ਪਹੁੰਚੇ ਆ, ਤਾਂ ਹੁਣ ਇਹਨਾਂ ਨਾਲ ਗੱਲ ਕਰਦੇ ਹਾਂ। ਸਾਡੇ ਨਾਲ ਡਾਕਟਰ ਸੁਹੇਲ ਰਾਓ ਮੌਜੂਦ ਹੈ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਪਹਿਲਾਂ ਤੁਹਾਡਾ ਡੇਲੀ ਪੋਸਟ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ। ਧੰਨਵਾਦ ਜੀ। ਤਾਂ ਹੁਣ ਸ਼ੁਰੂਆਤ ਦੇ ਵਿੱਚ ਹੀ ਗਿਆ, ਮੈਂ ਸ਼ੁਰੂਆਤ ਹੀ ਕੀਤੀ ਹੈ ਸਿੱਧਾ ਨਸ਼ੇ ਤੋਂ ਕੀਤੀ ਹੈ। ਜ਼ਰੂਰ ਪੰਜਾਬ ਦੀ ਧਰਤੀ ਨੂੰ ਬਦਨਾਮ ਵੀ ਬਹੁਤ ਕੀਤਾ ਗਿਆ, ਜ਼ਰੂਰ ਪੂਰੇ ਸੰਸਾਰ 'ਚ ਹੀ ਕਹਾਂਗਾ ਮੈਂ ਨਸ਼ਾ ਹੈ। ਪਰ ਤੁਸੀਂ ਇਹ ਦਾਅਵਾ ਕਰਦੇ ਹੋ ਵੀ ਤੁਸੀਂ ਚਿੱਟਾ ਤੱਕ ਛੁਡਵਾ ਦਿੰਦੇ ਹੋ। ਜਿਹੜੇ ਲੋਕੀ ਨਸ਼ਾ ਕੇਂਦਰਾਂ ਤੇ ਜਾ ਕੇ ਨਹੀਂ ਛੁਡਵਾ ਪਾਉਂਦੇ ਆਪਣਾ ਨਸ਼ਾ, ਹੋਰ ਵੀ ਕਈ ਪਾਸੇ ਜਾਂਦੇ ਆ ਪਰ ਨਹੀਂ ਛੁੱਟ ਪਾਉਂਦਾ ਚਿੱਟਾ, ਤੁਸੀਂ ਕਿਸ ਤਰੀਕੇ ਨਾਲ ਛੁਡਵਾ ਦਿੰਦੇ ਹੋ? ਐਕਚੁਅਲੀ ਨਾ ਨਸ਼ਾ ਕੀ ਹੈ ਕਿ ਸੰਗਤ ਦੇ ਨਾਲ ਨਸ਼ੇ ਦੇ ਵਿੱਚ ਲੋਕ ਪੈ ਜਾਂਦੇ ਨੇ। ਅੱਜ ਕੱਲ੍ਹ ਸੁਸਾਇਟੀਆਂ ਇਸ ਤਰ੍ਹਾਂ ਦੀਆਂ ਨੇ ਕਿ ਥੋੜੇ ਜਿਹੇ ਨਸ਼ੇ ਤੋਂ ਸ਼ੁਰੂ ਕਰਦੇ ਨੇ ਔਰ ਵੱਧਦੇ ਵੱਧਦੇ ਬਹੁਤ ਜ਼ਿਆਦਾ ਨਸ਼ੇ ਦੇ ਆਦੀ ਹੋ ਜਾਂਦੇ ਨੇ। ਔਰ ਛੁੱਟਦਾ ਕਿਉਂ ਨਹੀਂ? ਕਿਉਂਕਿ ਨਸ਼ੇ ਦਾ ਅੱਜ ਤੱਕ ਕੋਈ ਪ੍ਰੋਪਰ ਹੱਲ ਨਹੀਂ ਥਾ। ਸਪੋਜ਼ ਕਰੋ ਹਸਪੀਟਲ ਦੇ ਵਿੱਚ ਗਏ, ਇੱਕ ਐਡਨੋਕ ਦੀ ਟੈਬਲੇਟ ਦੇ ਦਿੰਦੇ ਤੇ ਔਰ ਕਹਿੰਦੇ ਤੇ ਸਾਰੀ ਜ਼ਿੰਦਗੀ ਇਹ ਟੈਬਲੇਟ ਖਾਓ, ਜਿਹਨੂੰ ਮੈਂ ਕਹੂੰਗਾ ਉਹ ਨਸ਼ੇ ਨਾਲੋਂ ਵੀ ਜ਼ਿਆਦਾ ਡੇਂਜਰ ਹੈ। ਅਗਰ ਕੇਂਦਰ ਦੇ ਵਿੱਚ ਕਿਸੇ ਨੂੰ ਛੱਡੋਗੇ, ਉਹਨੂੰ ਮੈਂ ਕਹੂੰਗਾ ਇੱਕ ਜੇਲ੍ਹ ਹੈ। ਜਦ ਤੱਕ ਉਹਦੇ ਵਿੱਚ ਤੁਸੀਂ ਪੇਸ਼ੈਂਟ ਨੂੰ ਛੱਡ ਕੇ ਰੱਖੋਗੇ, ਉਹ ਨਸ਼ਾ ਛੱਡ ਕੇ ਰੱਖੇਗਾ। ਜਿਸ ਦਿਨ ਨਸ਼ਾ ਮੁਕਤੀ ਕੇਂਦਰ ਤੋਂ ਬਾਹਰ ਨਿਕਲੇਗਾ, ਸਭ ਤੋਂ ਪਹਿਲਾਂ ਨਸ਼ਾ ਲੱਭੇਗਾ। ਅਸੀਂ ਕੀ ਲੱਭਿਆ? ਇੱਕ ਆਯੁਰਵੈਦਿਕ ਦੇ ਨਾਲ ਭਸਮਾਂ ਦੇ ਨਾਲ ਇੱਕ ਪ੍ਰੋਡਕਟ ਤਿਆਰ ਕਰਿਆ, ਨਇਆ ਸਵੇਰਾ ਇਹ ਪ੍ਰੋਡਕਟ ਹੈ। ਇਹਦੇ ਅੰਦਰ ਕੀ ਹੈ? ਟੋਟਲ ਆਯੁਰਵੈਦਿਕ ਭਸਮਾਂ ਨੇ, ਜਿਹਦੇ ਨਾਲ ਪਹਿਲੇ ਦਿਨ ਤੋਂ ਤੋੜ ਤਕਲੀਫ ਬੰਦ ਹੋ ਜਾਂਦੀ ਹੈ ਔਰ ਪਹਿਲੇ ਦਿਨ ਤੋਂ ਅਸੀਂ ਨਸ਼ੇ ਨੂੰ ਬੰਦ ਕਰਾ ਦਿੰਦੇ ਹਾਂ। ਜਦ ਤੋੜ ਤਕਲੀਫ ਨਹੀਂ ਹੋਣੀ ਤਾਂ ਨਸ਼ਾ ਛੱਡਣਾ ਈਜ਼ੀ ਹੋ ਜਾਏਗਾ। ਈਜ਼ੀ ਤਰੀਕੇ ਨਾਲ ਕੀ ਹੈ ਕਿ ਇਹਦਾ ਕੋਰਸ ਵੀ ਕੋਈ ਜ਼ਿਆਦਾ ਲੰਬਾ ਨਹੀਂ ਹੈ, 1 ਤੋਂ 1.5 ਮਹੀਨੇ ਦਾ ਇਹਦਾ ਕੋਰਸ ਹੈ ਔਰ ਪਹਿਲੇ ਦਿਨ ਤੋਂ ਨਸ਼ਾ ਬੰਦ ਹੋ ਜਾਏਗਾ। ਕਿਸੇ ਵੀ ਤਰ੍ਹਾਂ ਦਾ ਨਸ਼ਾ ਉਹ ਪਹਿਲੇ ਦਿਨ ਤੋਂ ਅਸੀਂ ਬੰਦ ਕਰਾਂਗੇ। ਪਹਿਲੇ ਦਿਨ ਤੋਂ ਤੁਸੀਂ ਗੱਲ ਕਰ ਰਹੇ ਹੋ, ਬੜੀ ਵੱਡੀ ਗੱਲ ਹੈ। ਜਿਸ ਨੂੰ ਛੱਡਦੇ ਕਈ ਸਾਲ ਲੱਗ ਜਾਂਦੇ ਆ, ਲੋਕਾਂ ਦੀ ਪੂਰੀ ਜ਼ਿੰਦਗੀ ਨਿਕਲ ਜਾਂਦੀ ਹੈ। ਲੋਕੀ ਕਹਿੰਦੇ ਅਸੀਂ ਛੱਡਣਾ ਚਾਹੁੰਦੇ ਆ ਪਰ ਛੱਡ ਨਹੀਂ ਪਾਉਂਦੇ। ਤੁਸੀਂ ਕਿਸ ਤਰੀਕੇ ਨਾਲ ਕਹਿ ਸਕਦੇ ਹੋ ਵੀ ਪਹਿਲੇ ਦਿਨ 'ਚ ਹੋ ਜਾਊਗਾ? ਕਿਉਂਕਿ ਸਾਡੇ ਪ੍ਰੋਡਕਟ ਦੇ ਅੰਦਰ ਜਾਨ ਹੈ। ਨਸ਼ਾ ਛੱਡਦਾ ਕਿਉਂ ਨਹੀਂ? ਕਿਉਂਕਿ ਤੋੜ ਬਹੁਤ ਜ਼ਿਆਦਾ ਹੁੰਦੀ ਹੈ। ਤੋੜ ਕਿਉਂ ਹੁੰਦੀ ਹੈ ਕਿ ਨਸ਼ੇ ਦੇ ਨਾਲ ਇੱਕਦਮ ਇਮਿਊਨਿਟੀ ਪਾਵਰ ਵੱਧਦੀ ਹੈ, ਪੇਸ਼ੈਂਟ ਬਹੁਤ ਜ਼ਿਆਦਾ ਤਾਕਤ ਮਹਿਸੂਸ ਕਰਦਾ, ਇਸ ਕਰਕੇ ਉਹ ਨਸ਼ਾ ਛੱਡਣਾ ਈਜ਼ੀ ਨਹੀਂ ਹੈ। ਸਾਡੇ ਕੋਲ ਕੀ ਹੈ ਕਿ ਜਿਹੜੀਆਂ ਇਹਦੇ ਅੰਦਰ ਭਸਮਾਂ ਨੇ, ਉਹ ਭਸਮਾਂ ਪੇਸ਼ੈਂਟ ਦੀ ਇਮਿਊਨਿਟੀ ਪਾਵਰ ਅਪ ਕਰਦੀ ਹੈ। ਅਸੀਂ ਇਹਦੀ ਡੋਜ਼ ਨਸ਼ੇ ਦੀ ਡੋਜ਼ ਦੇ ਅਕੋਰਡਿੰਗ ਬਣਾਉਂਦੇ ਹਾਂ। 1 ਗ੍ਰਾਮ ਚਿੱਟਾ ਲੈ ਰਿਹਾ ਅਗਰ ਪੇਸ਼ੈਂਟ, ਤੇ ਉਹਦੇ ਅਕੋਰਡਿੰਗ ਅਸੀਂ ਇਹਦੀ ਡੋਜ਼ ਬਣਾਉਣੀ ਹੈ। 1 ਗ੍ਰਾਮ ਨੂੰ ਜਿਹੜੇ ਮੇਨਟੇਨ ਕਰੇਗੀ ਇਹਦੀ ਡੋਜ਼ ਬਣਾਵਾਂਗੇ, ਤਾਂ ਜਦ ਇਹ ਲਏਗਾ ਚਿੱਟਾ ਬੰਦ ਹੋ ਜਾਏਗਾ, ਉਹਨੂੰ ਕੋਈ ਤੋੜ ਤਕਲੀਫ ਨਹੀਂ ਹੋਣੀ। ਜਦ ਤੋੜ ਤਕਲੀਫ ਨਹੀਂ ਹੋਣੀ ਤਾਂ ਛੱਡਣਾ ਬਿਲਕੁਲ ਈਜ਼ੀ ਹੈ, ਸਿੰਪਲ। ਔਰ 4 ਦਿਨ ਤੋਂ ਬਾਅਦ ਇਹਦੀ ਡੋਜ਼ ਅਸੀਂ ਘਟਾਉਣੀ ਸ਼ੁਰੂ ਕਰ ਦਿੰਦੇ ਹਾਂ। ਇਹ ਤਾਂ ਨਹੀਂ ਇਹਦੀ ਆਦਤ ਪੈ ਜਾਊਗੀ? ਜਿਵੇਂ ਤੁਸੀਂ ਗੋਲੀਆਂ ਦੀ ਕਈ ਆਦਤ ਪੈ ਜਾਂਦੀ ਹੈ ਐਲੋਪੈਥੀ ਦੇ ਵਿੱਚ, ਜੇ ਕਹਿੰਦੇ ਆ ਵੀ ਉਹ ਕਹਿੰਦੇ ਵੀ ਸਾਡੇ ਕੋਲ ਇਲਾਜ ਹੈ, ਗੋਲੀਆਂ ਦੇ ਦਿੰਦੇ ਆ, ਤਾਂ ਗੋਲੀਆਂ ਦੀ ਆਦਤ ਪੈ ਜਾਂਦੀ ਹੈ। ਬੜੀ ਵਾਰੀ ਦੇਖਿਆ, ਅਸੀਂ ਵੀ ਦੇਖਿਆ, ਜਦੋਂ ਪੰਜਾਬ ਸਰਕਾਰ ਪਿੱਛੇ ਗੋਲੀਆਂ ਬੰਦ ਕਰ ਦਿੰਦੀ ਆ ਤਾਂ ਲਾਈਨਾਂ ਜਿਹੜੀਆਂ ਨੇ ਐਡੀਆਂ ਵੱਡੀਆਂ ਲੱਗਦੀਆਂ ਨੇ, ਗੋਲੀਆਂ ਦੀ ਬਲੈਕ ਹੋਣੀ ਸ਼ੁਰੂ ਹੋ ਜਾਂਦੀ ਹੈ। ਵੈਰੀ ਗੁੱਡ ਕੁਐਸਚਨ। ਐਕਚੁਅਲੀ ਪਤਾ ਕੀ ਹੈ, ਉਹ ਗੋਲੀ ਤਾਂ ਇੱਕ ਐਲੋਪੈਥਿਕ ਹੈ, ਉਹ ਨਸ਼ੇ ਤੋਂ ਹਟਾ ਕੇ ਨਸ਼ੇ ਤੇ ਲਾਤਾ। ਇਹ ਕੋਈ ਨਸ਼ਾ ਨਹੀਂ ਹੈ। ਇਹਦੇ ਅੰਦਰ ਜਿਹੜੀਆਂ ਭਸਮਾਂ ਪਾਈਆਂ ਹੋਈਆਂ ਨੇ ਇਹ ਤਾਕਤ ਦੀਆਂ ਨੇ। ਸਪੋਜ਼ ਕਰੋ ਆਸ਼ੂਗੰਧਾ, ਕੇਸਰ, ਧਤੂਰਾ, ਇਹ ਚੀਜ਼ਾਂ ਨਾਲ ਇਮਿਊਨਿਟੀ ਪਾਵਰ ਵੱਧਦੀ ਹੈ। ਔਰ ਦੂਸਰੀ ਚੀਜ਼ ਜਿਹੜੀ ਤੁਸੀਂ ਕਹੇ, ਇਹਦੀ ਆਦਤ ਨਹੀਂ ਪੈਣੀ। ਅਸੀਂ 4 ਦਿਨ ਤੋਂ ਬਾਅਦ ਇਹਦੀ ਡੋਜ਼ ਘਟਾਉਣੀ ਸ਼ੁਰੂ ਕਰ ਦਿੰਦੇ ਹਾਂ। ਸਪੋਜ਼ ਕਰੋ ਅਸੀਂ 15 ਕੈਪਸੂਲ ਤੋਂ ਸ਼ੁਰੂ ਕਰਦੇ ਹਾਂ, ਤਾਂ ਤਕਰੀਬਨ 40 ਤੋਂ 45 ਦਿਨ ਦੇ ਵਿੱਚ 1 ਕੈਪਸੂਲ ਤੇ ਲਿਆ ਕੇ ਉਹਨੂੰ ਬੰਦ ਕਰਦੇ ਹਾਂ। ਔਰ ਮੇਰੇ ਕੋਲ ਔਨ ਰਿਕਾਰਡ 3 ਤੋਂ 4 ਹਜ਼ਾਰ ਪੇਸ਼ੈਂਟ ਨੇ ਜਿਹੜੇ ਹੁਣ ਤੱਕ ਬਿਲਕੁਲ ਨਸ਼ਾ ਮੁਕਤ ਹੋ ਚੁੱਕੇ ਨੇ। 3 ਤੋਂ 4 ਹਜ਼ਾਰ ਪੇਸ਼ੈਂਟ। ਇਹ ਨਹੀਂ 3-4 ਪੇਸ਼ੈਂਟ ਦੀ ਨਹੀਂ ਗੱਲ ਕਰ ਰਹੇ, ਹਜ਼ਾਰਾਂ ਦੀ ਗੱਲ ਕਰ ਰਹੇ ਹੋ ਤੁਸੀਂ। ਐਕਚੁਅਲੀ ਪਤਾ ਕੀ ਹੈ ਕਿ ਆਯੁਰਵੈਦਿਕ ਹੈ ਔਰ ਭਸਮਾਂ ਨਾਲ ਤਿਆਰ ਕੀਤਾ ਹੋਇਆ, ਇਹਦੀ ਕੋਈ ਆਦਤ ਨਹੀਂ ਪੈਣੀ। ਕਿਉਂਕਿ 4 ਦਿਨ ਤੋਂ ਬਾਅਦ ਅਸੀਂ ਇਹਦੀ ਡੋਜ਼ ਘਟਾਉਣੀ ਸ਼ੁਰੂ ਕਰ ਦਿੰਦੇ ਹਾਂ। ਸਪੋਜ਼ ਕਰੋ ਅਸੀਂ ਪੇਸ਼ੈਂਟ ਨੂੰ 15 ਕੈਪਸੂਲ ਤੋਂ ਸ਼ੁਰੂ ਕੀਤਾ, ਅਗਰ 1 ਗ੍ਰਾਮ ਚਿੱਟੇ ਦੀ ਡੋਜ਼ ਹੈ ਤਾਂ ਅਸੀਂ 15 ਕੈਪਸੂਲ ਤੋਂ ਸ਼ੁਰੂ ਕਰ ਰਹੇ ਹਾਂ। 4 ਦਿਨ ਬਾਅਦ 12 ਕਰਾਂਗੇ, ਉਸ ਤੋਂ 4 ਦਿਨ ਬਾਅਦ 10, 10 ਤੋਂ ਬਾਅਦ 8, 8 ਤੋਂ ਬਾਅਦ 6, ਇਸ ਤਰ੍ਹਾਂ ਕਰਦੇ 40 ਤੋਂ 45 ਦਿਨ ਦੇ ਅੰਦਰ 1 ਕੈਪਸੂਲ ਤੇ ਲਿਆ ਕੇ ਬੰਦ ਕਰ ਦਾਂਗੇ। ਦੱਸੋ ਫਿਰ ਆਦਤ ਕਿਸ ਤਰ੍ਹਾਂ ਪੈਗੀ? ਤੁਸੀਂ ਹਜ਼ਾਰਾਂ ਦੇ ਵਿੱਚ ਕਹਿ ਰਹੇ ਹੋ ਪੇਸ਼ੈਂਟ ਠੀਕ ਕਰ ਦਿੱਤੇ। 3 ਤੋਂ 4 ਹਜ਼ਾਰ ਔਨ ਰਿਕਾਰਡ, ਮੇਰੇ ਕੋਲ ਕੰਟੈਕਟ ਵੀ ਨੇ, ਕਹੋ ਤਾਂ ਮੈਂ ਤੁਹਾਨੂੰ ਦਿਖਾ ਸਕਦਾ। ਅੱਛਾ, ਸਾਰਾ ਕੁਝ ਪਿਆ ਹੈ, ਸਾਰਾ ਕੁਝ ਰੱਖਿਆ ਹੈ ਵੀ ਕਿੰਨੇ ਕਿੰਨੇ ਸਭ ਰਿਕਾਰਡ ਹੈ। ਔਰ ਕੱਲੇ ਚਿੱਟੇ ਦੇ ਹੀ ਨਹੀਂ, ਮੇਰੇ ਕੋਲ ਅਫੀਮ, ਭੁੱਕੀ ਔਰ ਇਹ ਜਿਹੜੀ ਐਡਨੋਕ ਵਾਲੀ ਟੈਬਲੇਟ ਦੀ ਆਪਾਂ ਗੱਲ ਕੀਤੀ ਹੈ, ਇਹ ਛੱਡਣ ਵਾਲੇ ਵੀ ਹਜ਼ਾਰਾਂ ਪੇਸ਼ੈਂਟ ਨੇ। ਮੈਂ ਨਾ ਹੁਣ ਤੁਸੀਂ ਗੱਲ ਕੀਤੀ ਅਫੀਮ ਦੀ, ਤਾਂ ਆਪਾਂ ਨਾ ਜੇ ਦੇਖਦੇ ਆ ਤਾਂ ਕਿਹਾ ਜਾਂਦਾ ਵੀ ਅਫੀਮ ਬੜੀ ਵਧੀਆ ਆ, ਅਫੀਮ ਦੀ ਖੇਤੀ ਹੋਣੀ ਚਾਹੀਦੀ ਆ, ਅਫੀਮ ਦੇ ਫਾਇਦੇ ਬਹੁਤ ਹੈ, ਕਈ ਦਵਾਈਆਂ ਦੇ ਵਿੱਚ ਪਾਈ ਜਾਂਦੀ ਆ ਜੇ ਬੰਦੇ ਨੂੰ ਅਫੀਮ ਦੇ ਦਿੱਤੀ ਜਾਵੇ। ਇਹ ਵੀ ਤੱਕ ਕਹੀ ਜਾਂਦੀ ਹੈ ਵੀ ਚਿੱਟਾ ਖਤਮ ਹੋ ਸਕਦਾ ਅਫੀਮ ਨਾਲ, ਪਰ ਤੁਸੀਂ ਕਹਿੰਦੇ ਅਸੀਂ ਅਫੀਮ ਛੁਡਾਈ ਜਾਂਦੇ ਲੋਕਾਂ ਦੀ। ਜੀ, ਅਫੀਮ ਅਗਰ ਦਵਾਈ ਦੇ ਤਰੀਕੇ ਨਾਲ ਲਓਗੇ ਤਾਂ ਉਹ ਦਵਾਈ ਹੈ। ਅਗਰ ਉਹਦੀ ਡੋਜ਼ ਵਧਾ ਲਓਗੇ, ਮੇਰੇ ਕੋਲ ਪਤਾ ਕਿੰਨੀ ਡੋਜ਼ ਵਾਲੇ ਪੇਸ਼ੈਂਟ ਆਉਂਦੇ ਨੇ? 300 ਗ੍ਰਾਮ ਯਾਨੀ 6 ਛਟਾਂਕ 1 ਮਹੀਨੇ ਦੀ ਖਾਣ ਵਾਲੇ ਪੇਸ਼ੈਂਟ ਆਉਂਦੇ ਨੇ। ਸਪੋਜ਼ ਕਰੋ ਜਿਹੜੀ 1 ਲੱਖ ਰੁਪਏ ਦੀ ਅਫੀਮ 1 ਮਹੀਨੇ ਦੇ ਵਿੱਚ ਖਾ ਰਹੇ ਨੇ, ਉਹਦੇ ਨਾਲ ਘਰ ਦੀ ਬਰਬਾਦੀ ਵੀ ਔਰ ਜਿਸਮ ਦੀ ਬਰਬਾਦੀ ਵੀ ਹੈ।
ਉਹ ਦਵਾਈ ਨਹੀਂ ਫੇਰ ਰਹੀ, ਫਿਰ ਉਹ ਨਸ਼ਾ ਬਣ ਗਈ। ਇਸ ਕਰਕੇ ਅਸੀਂ ਅਫੀਮ ਵੀ ਛੁਡਾਉਂਦੇ ਹਾਂ ਔਰ ਬਹੁਤ ਪੇਸ਼ੈਂਟਾਂ ਦੀ ਛੁਡਾ ਚੁੱਕੇ ਹਾਂ। ਕਿ ਇਸ ਦਾ ਕੋਈ ਨੁਕਸਾਨ ਹੁੰਦਾ? ਜੇ ਅਫੀਮ ਬੰਦਾ ਜ਼ਿਆਦਾ ਖਾ ਰਿਹਾ ਤਾਂ ਉਸ ਦਾ ਕੋਈ ਨੁਕਸਾਨ ਹੋ ਸਕਦਾ? ਕਿਉਂਕਿ ਇਸ ਨੂੰ ਨਾ ਹੁਣ ਜੇ ਆਪਾਂ ਫੇਸਬੁੱਕ ਦੇਖਦੇ ਹਾਂ, ਕੁਝ ਵੀ ਦੇਖਦੇ ਹਾਂ, ਤਾਂ ਦਿਨ ਦੇ ਵਿੱਚ ਇੱਕ ਵੀਡੀਓ ਆ ਜਾਏਗੀ ਜਿਹੜੀ ਇਸ ਦੀ ਪੂਰੀ ਪੋਜ਼ਿਟਿਵਿਟੀ ਗਿਣਾਏਗੀ, ਕਹੇਗੀ ਅਫੀਮ ਦਾ ਫਾਇਦਾ ਹੀ ਬਹੁਤ ਹੈ, ਇਹ ਖਾਣੀ ਚਾਹੀਦੀ ਹੈ, ਹਰ ਕਿਸੇ ਨੂੰ ਖਾਣੀ ਚਾਹੀਦੀ ਹੈ, ਹਾਰਟ ਬੜਾ ਵਧੀਆ ਰਹਿੰਦਾ ਇਸ ਨਾਲ, ਬੋਡੀ ਦੀ ਜਿਹੜੀ ਬਲੱਡ ਸਰਕੂਲੇਸ਼ਨ ਆ ਉਹ ਬੜੀ ਵਧੀਆ ਰਹਿੰਦੀ ਹੈ, ਜ਼ਰੂਰ ਖਾਣੀ ਚਾਹੀਦੀ ਹੈ। ਨੁਕਸਾਨ ਹੈਗੇ ਆ ਤਾਂ ਅੱਜ ਦੱਸ ਦਿਓ। ਅਗਰ ਦਵਾਈ ਦੇ ਤਰੀਕੇ ਨਾਲ ਪੇਸ਼ੈਂਟ ਕਦੇ-ਕਦੇ ਲੈ ਰਿਹਾ, ਮਹੀਨੇ 'ਚ ਇੱਕ ਅੱਧੀ ਵਾਰ ਜਾਂ 2 ਵਾਰ, ਸਪੋਜ਼ ਕਰੋ ਉਹਦਾ ਫਾਇਦਾ ਹੋ ਸਕਦਾ ਕਿਉਂਕਿ ਬਲੱਡ ਦਾ ਸਰਕੂਲੇਸ਼ਨ ਚੱਲੇਗਾ। ਅਦਰਵਾਈਜ਼ ਜਿਹੜਾ ਤਕਰੀਬਨ 1 ਗ੍ਰਾਮ ਡੇਲੀ, 2 ਗ੍ਰਾਮ ਡੇਲੀ, ਕਹਿੰਦੇ ਨੇ 6 ਛਟਾਂਕ ਇੱਕ ਮਹੀਨੇ 'ਚ ਖਾ ਲੈਂਦੇ ਆ, ਫਿਰ ਉਹਦਾ ਬਹੁਤ ਜ਼ਬਰਦਸਤ ਨੁਕਸਾਨ ਹੈ। ਅੱਧਾ ਕਿਲੋ ਤੱਕ ਮੈਂ ਸੁਣਿਆ, ਕਈ ਕਹਿੰਦੇ ਅੱਧਾ ਕਿਲੋ ਖਾ ਲੈਂਦੇ ਆ। ਹਾਂ, ਮੇਰੇ ਕੋਲ ਆਉਂਦੇ ਨੇ ਜੀ 400 ਗ੍ਰਾਮ, 500 ਗ੍ਰਾਮ ਔਰ 300 ਗ੍ਰਾਮ ਦੇ ਤਾਂ ਬਹੁਤ ਜ਼ਿਆਦਾ ਪੇਸ਼ੈਂਟ ਨੇ ਜਿਹਨੂੰ 6 ਛਟਾਂਕ ਕਹਿੰਦੇ ਆ, ਬਹੁਤ ਜ਼ਿਆਦਾ ਆਉਂਦੇ ਨੇ। ਉਹਦਾ ਬਹੁਤ ਜ਼ਬਰਦਸਤ ਨੁਕਸਾਨ ਹੈ, ਉਹ ਨਸ਼ਾ ਬਣ ਗਈ। ਫਿਰ ਨੁਕਸਾਨ ਹੈ ਕੀ ਹੈ? ਨੁਕਸਾਨ ਉਹਦੇ ਨਾਲ ਆਂਤਾਂ ਦੇ ਵਿੱਚ ਇਨਫੈਕਸ਼ਨ ਹੁੰਦੀ ਹੈ, ਲੀਵਰ ਦੇ ਵਿੱਚ ਇਨਫੈਕਸ਼ਨ ਹੁੰਦੀ ਹੈ, ਲੀਵਰ ਦੇ ਅੰਦਰ ਗਰਮੀ ਪੈਦਾ ਕਰਦੀ ਹੈ, ਬਹੁਤ ਸਾਰੇ ਨੁਕਸਾਨ ਨੇ, ਕਿਡਨੀਆਂ ਖਰਾਬ ਹੁੰਦੀਆਂ ਨੇ। ਮਤਲਬ ਇਹ ਜੇ ਇਹਨੂੰ ਨਸ਼ਾ ਗਿਣਿਆ ਗਿਆ ਤਾਂ ਹੈ ਨਸ਼ਾ ਹੀ ਹੈ। ਨਸ਼ਾ ਹੀ ਹੈ। ਅਗਰ ਤੁਸੀਂ ਸਪੋਜ਼ ਕਰੋ ਇੱਕ ਉਹ ਐਲੋਪੈਥਿਕ ਦੇ ਵਿੱਚ ਕੋਰੈਕਸ ਦਾ ਸਿਰਪ ਆਉਂਦਾ ਤਾ, ਉਹ ਕਫ ਸਿਰਪ ਬਣਾਇਆ ਕੰਪਨੀ ਨੇ, ਕਫ ਸਿਰਪ ਬਣਾਇਆ, ਲੋਕੀ ਤਾਂ ਉਹਦਾ ਵੀ ਨਸ਼ਾ ਕਰਦੇ ਨੇ, ਫਿਰ ਉਹਦਾ ਨੁਕਸਾਨ ਨਹੀਂ ਹੈ। ਉਹਦੀ ਵੀ ਆਦਤ ਪੈਂਦੀ ਹੈ, ਜਦੋਂ ਉਹਨੂੰ ਪੂਰੀ ਬੋਟਲ ਨੂੰ ਪੀਓਗੇ ਫਿਰ ਤਾਂ ਉਹ ਨਸ਼ਾ ਹੀ ਹੈ। ਜਿਹੜਾ ਕੰਪਨੀ ਨੇ ਬਣਾਇਆ 2 ਚਮਚ ਉਹਦੀ ਲੈ ਲਓ, 2 ਚਮਚ ਲੈ ਲਓ, ਖਾਂਸੀ ਲਈ ਬਣਾਈ ਹੈ, ਲੇਕਿਨ ਉਹ ਕਈ ਬੋਟਲਾਂ ਪੀਂਦੇ ਨੇ ਲੋਕ। ਮੇਰੇ ਕੋਲ ਐਸੇ ਪੇਸ਼ੈਂਟ, ਇੱਕ ਮੇਰੇ ਕੋਲ ਚੰਡੀਗੜ੍ਹ ਤੋਂ ਪੇਸ਼ੈਂਟ ਆਇਆ, ਕਹਿੰਦਾ ਮੈਂ ਇੱਕ ਦਿਨ ਦੇ ਵਿੱਚ 10 ਕੋਰੈਕਸ ਦੀਆਂ ਬੋਤਲਾਂ ਪੀਂਦਾ था। ਕੋਰੈਕਸ ਦੀਆਂ ਸ਼ੀਸ਼ੀਆਂ, ਕੋਰੈਕਸ ਦੀਆਂ ਸ਼ੀਸ਼ੀਆਂ 10। ਅੱਛਾ, ਉਹ ਵੀ ਇਸ ਦਵਾਈ ਨਾਲ ਛੁੱਟ ਗਈ? ਇਸ ਦਵਾਈ, ਤੁਸੀਂ ਕੋਰੈਕਸ ਦੀ ਗੱਲ ਕਰਦੇ ਹੋ, ਮੈਂ ਕਹਿ ਰਿਹਾ ਚਿੱਟਾ, ਅਫੀਮ, ਭੁੱਕੀ, ਮੈਡੀਕਲ ਨਸ਼ਾ। ਜਿਵੇਂ ਮੇਰੇ ਕੋਲ ਆਉਂਦੇ ਨੇ ਅੱਜ ਕੱਲ੍ਹ, ਉਹ ਪ੍ਰਿਗਾ ਕੈਪਸੂਲ ਹੈ, ਡਾਕਟਰ ਉਹਨੂੰ ਵੀ ਤਾਕਤ ਲਈ ਲਿਖਦੇ ਨੇ, ਮਸਲਸ ਦੀ ਵੀਕਨੈਸ ਲਈ ਲਿਖਦੇ ਨੇ, ਲੇਕਿਨ ਮੇਰੇ ਕੋਲ ਪੇਸ਼ੈਂਟ ਨੇ ਕਹਿੰਦਾ ਜੀ 20 ਕੈਪਸੂਲ ਇੱਕ ਦਿਨ 'ਚ ਖਾਣੇ ਆ। ਕਹਿੰਦੇ ਨੇ ਨਸ਼ੇ ਨੇ ਬੜੇ ਘਰ ਬਰਬਾਦ ਕਰ ਦਿੱਤੇ। ਅਸੀਂ ਵੀ ਕਈ ਵਾਰੀ ਜਾਂਦੇ ਹਾਂ, ਦੇਖਦੇ ਹਾਂ ਨੌਜਵਾਨ ਜਿਹੜੇ ਆ ਵੱਡੀਆਂ ਬਿਮਾਰੀਆਂ ਲਵਾ ਬੰਦੇ ਆ। ਕਈ ਨੌਜਵਾਨ ਜਿਹੜੇ ਆ ਬੜੀ ਛੋਟੀ ਉਮਰੇ ਚਲੇ ਜਾਂਦੇ ਆ। ਬੜੀਆਂ ਕਵਰੇਜਸ ਕੀਤੀਆਂ। ਤੁਹਾਡੇ ਕੋਲ ਕੋਈ ਬੰਦਾ ਆਇਆ ਹੋਵੇ ਜਿਹੜਾ ਕਹਿੰਦਾ ਹੋਵੇ ਵੀ ਜਿੱਦਾਂ ਮਰਜ਼ੀ ਬਸ ਛੁਡਵਾ ਦਿਓ, ਮੇਰੀ ਜ਼ਿੰਦਗੀ ਹੁਣ ਖਤਮ ਹੋਣ ਵਾਲੀ ਹੈ, ਕਈ ਇਹੋ ਜਿਹੇ ਐਕਸਪੀਰੀਅੰਸ ਜ਼ਰੂਰ ਆਏ ਹੋਣਗੇ। ਕਈ ਪੇਸ਼ੈਂਟ ਇਸ ਤਰ੍ਹਾਂ ਦੇ ਨੇ, ਕਈ ਬੁੜੀਆਂ ਮਾਵਾਂ ਆ ਕੇ ਕਹਿੰਦੀਆਂ ਨੇ ਕਿ ਇੱਕ ਮੁੰਡਾ ਜਵਾਨ ਮਰ ਗਿਆ, ਇੱਕ ਇਹ ਹੈ, ਇਹ ਵੀ ਚਿੱਟੇ ਦੇ ਇੰਜੈਕਸ਼ਨ ਲਾਉਂਦਾ, ਡਾਕਟਰ ਸਾਹਿਬ ਇਹਦੀ ਜਾਨ ਬਚਾਓ। ਔਰ ਐਸੇ ਬਹੁਤ ਸਾਰੇ ਪੇਸ਼ੈਂਟ ਨੇ ਜਿਨ੍ਹਾਂ ਦੇ ਘਰ ਵਿਕ ਗਏ, ਐਸੇ ਪੇਸ਼ੈਂਟ ਨੇ ਜਿਨ੍ਹਾਂ ਦੀ ਘਰ ਵਾਲੀਆਂ ਦਾ ਸੋਨਾ ਤੱਕ ਵਿਕ ਗਿਆ, ਇਹ ਚਿੱਟੇ ਦੀ ਲੱਤ ਦੇ ਕਾਰਨ। ਬਹੁਤ ਪੇਸ਼ੈਂਟ ਆਉਂਦੇ ਨੇ ਮੇਰੇ ਐਕਸਪੀਰੀਅੰਸ ਦੇ ਵਿੱਚ, ਬਹੁਤ ਸਾਰੇ ਐਸੇ ਪੇਸ਼ੈਂਟ ਨੇ ਜੋ ਪੂਰੇ ਤਰੀਕੇ ਨਾਲ ਘਰ ਬਰਬਾਦ ਹੋ ਚੁੱਕੇ ਔਰ ਫਿਰ ਮੇਰੇ ਕੋਲ ਆਏ। ਰੱਬ ਦਾ ਸ਼ੁਕਰ ਹੈ, ਔਰ ਟ੍ਰੀਟਮੈਂਟ ਹੋਇਆ ਔਰ ਉਹ ਠੀਕ ਹੋ ਗਏ। ਹੁਣ ਜ਼ਰੂਰ ਜੇ ਲੋਕ ਦੇਖ ਰਹੇ ਨੇ, ਜੇ ਸਾਡੇ ਵਿਊਅਰਸ ਜਿਹੜੇ ਨੇ, ਦਰਸ਼ਕ ਜਿਹੜੇ ਨੇ ਉਹ ਦੇਖ ਰਹੇ ਆ, ਤਾਂ ਉਹਨਾਂ ਨੂੰ ਇਹ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਅਸਲ ਦੇ ਵਿੱਚ ਇਹਦਾ ਕਿੰਨਾ ਉਹ ਖਰਚਾ ਆ ਜਾਂਦਾ। ਇਹ ਨਾ ਹੋਵੇ ਵੀ ਚਿੱਟੇ ਦੀ ਲੱਤ ਜੇ ਛੱਡ ਰਿਹਾ, ਜਿੰਨੇ ਪੈਸੇ ਉਹਦੇ ਤੇ ਲਗਾ ਰਿਹਾ ਉਹਨੇ ਪੈਸੇ ਦਵਾਈ ਤੇ ਲਾ ਦੇ ਬੰਦਾ। ਬਿਲਕੁਲ ਰਾਈਟ ਕੁਐਸਚਨ। ਐਕਚੁਅਲੀ ਪਤਾ ਕੀ ਹੈ, ਚਿੱਟੇ ਦੀ ਜਿਹੜੀ ਲੱਤ ਹੈ ਉਹ ਦਿਨ ਤੇ ਦਿਨ ਵਧਣੀ ਹੈ। ਸਪੋਜ਼ ਕਰੋ ਉਹਨੇ 4000 5000 ਰੁਪਏ ਦੇ ਚਿੱਟੇ ਤੋਂ ਸ਼ੁਰੂਆਤ ਕਰ ਲਈ, ਜਾਂ ਆਪਾਂ 4000 ਵੀ ਨਾ ਕਹੋ, 2000 ਤੋਂ ਸ਼ੁਰੂਆਤ ਕਰ ਲਈ, ਤਾਂ ਉਹ ਦੂਏ ਦਿਨ 3000 ਦਾ ਲਏਗਾ, 4000 ਦਾ ਲਏਗਾ, 5000। ਸਪੋਜ਼ ਕਰੋ 5000 ਰੁਪਏ ਦਾ ਚਿੱਟਾ ਡੇਲੀ ਲੈ ਰਿਹਾ ਪੇਸ਼ੈਂਟ, ਉਹ 1 ਮਹੀਨੇ ਦੇ ਵਿੱਚ 1.5 ਲੱਖ ਰੁਪਏ ਦਾ ਚਿੱਟਾ ਲੈਂਦਾ। ਔਰ ਜਿਹੜਾ ਸਾਡਾ ਪ੍ਰੋਡਕਟ ਹੈ, ਜਿਹੜਾ ਸਾਡਾ ਪੂਰਾ ਟ੍ਰੀਟਮੈਂਟ ਹੈ, ਅਸੀਂ 30 ਤੋਂ 35000 ਦੇ ਵਿੱਚ ਉਹਦਾ ਪੂਰਾ ਕੋਰਸ ਕਰ ਦਿੰਦੇ ਹਾਂ, 30 ਤੋਂ 35000 ਦੇ ਵਿੱਚ। ਔਰ ਚਿੱਟੇ ਦਾ ਜਿਹੜਾ ਖਰਚਾ ਉਹ ਪਹਿਲੇ ਦਿਨ ਤੋਂ ਉਹਦਾ ਬਚਣਾ ਸ਼ੁਰੂ ਹੋ ਜਾਏਗਾ। ਪਰ ਇੱਕ ਚੀਜ਼ ਹੋਰ ਵੀ ਹੈ, ਪੇਸ਼ੈਂਟ ਕਹਿੰਦਾ 30-35000 ਇਕੱਠਾ ਖਰਚਣਾ ਯਾਨੀ ਬੜਾ ਔਖਾ ਲੱਗਦਾ। ਤੇ ਅਸੀਂ ਪੇਸ਼ੈਂਟ ਨੂੰ, ਕਿਸੇ ਨੂੰ ਵੀ ਇਹ ਨਹੀਂ ਕਹਿੰਦੇ ਤੁਸੀਂ ਪੂਰਾ ਕੋਰਸ ਲੈ ਕੇ ਜਾਓ। ਮੈਂ ਚੈਲੰਜ ਦੇ ਨਾਲ ਇਸ ਗੱਲ ਨੂੰ ਕਹਿੰਦਾ, ਜਿਹੜਾ ਪੇਸ਼ੈਂਟ ਮੇਰੇ ਕੋਲੋਂ 1 ਹਫ਼ਤੇ ਦੀ ਮੈਡੀਸਿਨ ਲੈ ਕੇ ਚਲਾ ਗਿਆ, ਉਹ 1 ਹਫ਼ਤਾ ਪੂਰਾ ਹੋਣ ਤੋਂ ਪਹਿਲਾਂ ਦੁਬਾਰਾ ਆਏਗਾ। ਅਸੀਂ ਦਿੰਦੇ ਹੀ ਨਹੀਂ ਪੂਰਾ ਕੋਰਸ, ਅਸੀਂ ਹਫ਼ਤੇ ਦੀ ਮੈਡੀਸਿਨ ਦਿੰਦੇ ਹਾਂ, ਕਿਉਂਕਿ ਹਫ਼ਤੇ ਦੇ ਵਿੱਚ ਉਹਦਾ ਚਿੱਟੇ ਦਾ ਖਰਚਾ ਬਚਣਾ ਸ਼ੁਰੂ ਹੋ ਜਾਏਗਾ ਔਰ ਇਹ ਟ੍ਰੀਟਮੈਂਟ ਸ਼ੁਰੂ ਹੋ ਜਾਏਗਾ। ਹਫ਼ਤੇ ਦੇ ਅੰਦਰ ਉਹ ਬਿਲਕੁਲ ਨਾਰਮਲ ਹੋ ਜਾਏਗਾ। ਉਸ ਤੋਂ ਬਾਅਦ ਉਹ ਪੂਰਾ ਕੋਰਸ ਆਪਣੇ ਆਪ ਹੀ ਕਰੇਗਾ, ਕਿਉਂਕਿ ਉਹਨੂੰ ਦੋਨੋਂ ਤਰਫ ਫਾਇਦਾ ਹੈ। ਇੱਕ ਤਾਂ ਉਹ ਜਿਹੜਾ ਚਿੱਟੇ ਦਾ ਖਰਚਾ ਬਚ ਗਿਆ, ਦੂਜਾ ਉਹਦੀ ਜਾਨ ਬਚ ਗਈ। ਦਵਾਈ ਲੈਣੀ ਕਿਸ ਤਰੀਕੇ ਨਾਲ? ਦਵਾਈ ਸਿੰਪਲ, ਜਿਵੇਂ ਦਵਾਈ ਲੈਣੀ ਹੈ ਸਵੇਰ ਬ੍ਰੇਕਫਾਸਟ ਤੋਂ ਬਾਅਦ, ਦੁਪਹਿਰ ਨੂੰ ਖਾਣਾ ਖਾਣ ਤੋਂ ਬਾਅਦ, ਸ਼ਾਮ ਨੂੰ, ਉਹ ਕੈਪਸੂਲ ਦੀ ਡੋਜ਼ ਬਣਾਉਂਦੇ ਆ, ਯਾਨੀ ਨਸ਼ੇ ਦੀ ਡੋਜ਼ ਦੇ ਅਕੋਰਡਿੰਗ ਇਹਦੀ ਡੋਜ਼ ਬਣਾਵਾਂਗੇ। ਉਹ ਪੇਸ਼ੈਂਟ ਨੂੰ ਸਾਰਾ ਕੁਝ ਸਮਝਾ ਕੇ ਭੇਜਾਂਗੇ। ਤਾਂ ਹੁਣ ਇਹ ਵੀ ਗੱਲ ਆ, ਅਸੀਂ ਅਕਸਰ ਸੁਣਿਆ ਵੀ ਜਿਹਨੂੰ ਚਿੱਟੇ ਦੀ ਲੱਤ ਹੁੰਦੀ ਆ ਜੀ, ਤਾਂ ਅੱਗੋਂ ਜਿਹੜਾ ਹੈ ਉਹ ਉਸ ਦੀ ਜਿਹੜੀ ਕਈ ਵਾਰੀ ਹੁੰਦਾ ਔਲਾਦ ਹੋਣ ਦੇ ਵਿੱਚ ਵੀ ਪ੍ਰੋਬਲਮ ਹੁੰਦੀ ਹੈ। ਜੇ ਵਿਆਹ ਹੋ ਜੇ, ਪਹਿਲੀ ਗੱਲ ਤਾਂ ਇਹੋ ਜਿਹੇ ਵਿਅਕਤੀ ਦਾ ਵਿਆਹ ਜਲਦੀ ਨਹੀਂ ਹੁੰਦਾ। ਜੇ ਝੂਠ ਬੋਲ ਕੇ ਵਿਆਹ ਵੀ ਹੋ ਗਿਆ ਤਾਂ ਅੱਗੋਂ ਬੱਚਾ ਨਹੀਂ ਹੋ ਪਾਉਂਦਾ। ਤੇ ਇਹ ਗੱਲ ਆ ਵੀ ਤੁਹਾਡੀ ਦਵਾਈ ਕੋਈ ਲੈ ਕੇ ਗਿਆ ਹੋਵੇ, ਪਹਿਲਾਂ ਚਿੱਟੇ
ਦਾ ਆਦੀ ਹੋਵੇ, ਬੱਚਾ ਨਾ ਹੁੰਦਾ ਹੋਵੇ, ਉਸ ਤੋਂ ਬਾਅਦ ਬੱਚਾ ਵੀ ਜਿਹੜਾ ਕਨਸੀਵ ਹੋਵੇ, ਬੱਚਾ ਵੀ ਜਿਹੜਾ ਹੋ ਗਿਆ ਹੋਵੇ। ਇਹ ਜਿਹੜਾ ਪ੍ਰੋਡਕਟ ਹੈ ਨਾ, ਇਹਦੇ ਨਾਲ ਕੱਲਾ ਨਸ਼ਾ ਹੀ ਨਹੀਂ ਹਟਦਾ। ਜਿਹੜੇ ਨਸ਼ੇ ਦੇ ਨਾਲ ਸਾਈਡ ਇਫੈਕਟਸ ਹੋਏ ਨੇ ਕਿਡਨੀਜ਼ ਦੇ ਉੱਪਰ ਜਾਂ ਲੀਵਰ ਦੇ ਉੱਪਰ, ਜਾਂ ਇਸ ਤੋਂ ਇਲਾਵਾ ਜਿਵੇਂ ਕਹਿੰਦੇ ਨੇ ਤੁਸੀਂ ਬੱਚੇ ਨਹੀਂ ਹੁੰਦੇ, ਉਹਦੇ ਐਕਟਿਵ ਮੋਟਾਈਲ ਜਿਹੜੇ ਸੀਮੈਨ ਦੇ ਐਕਟਿਵ ਨੇ, ਸਪਰਮ ਕਾਊਂਟ ਉਹ ਘਟ ਜਾਂਦੇ ਹੁੰਦੇ ਨੇ। ਇਹ ਪ੍ਰੋਡਕਟ ਦੇ ਅੰਦਰ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਕਿ ਉਹਦੇ ਅੰਦਰ ਜਿਹੜੇ ਸਾਈਡ ਇਫੈਕਟ ਹੋਏ ਨੇ ਉਹ ਸਾਈਡ ਇਫੈਕਟ ਵੀ ਠੀਕ ਹੋ ਜਾਣਗੇ, ਔਰ ਜਿਹੜੇ ਐਕਟਿਵ ਸਪਰਮ ਘਟੇ ਨੇ ਉਹ ਵੀ ਵਧਣੇ ਸ਼ੁਰੂ ਹੋ ਜਾਣਗੇ। ਔਰ ਇਹਦੇ ਨਾਲ ਅਸੀਂ ਕੀ ਹੈ, ਕੰਬੋ ਪੈਕ ਹੈ, ਯਾਨੀ ਸੈਕਸੁਅਲ ਵੀਕਨੈਸ ਕਿਸੇ ਨੂੰ ਹੋਈ ਹੈ ਉਹ ਮੈਡੀਸਿਨ ਵੀ ਨਾਲ ਦਿੰਦੇ ਆ, ਕਿਸੇ ਨੂੰ ਲੀਵਰ ਦੀ ਪ੍ਰੋਬਲਮ ਹੋਈ ਹੈ ਲੀਵਰ ਦੀ ਵੀ ਨਾਲ ਲਾ ਕੇ ਦਿੰਦੇ ਆ। ਤਾਂ ਬਿਲਕੁਲ ਬੇਫਿਕਰ ਹੋ ਕੇ ਆਓ, ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਰਹਿੰਦੀ। ਤਾਂ ਜਦੋਂ ਇੱਕ ਵਿਅਕਤੀ ਨਸ਼ਾ ਛੱਡਦਾ ਜੀ, ਕੀ ਕਠਿਨਾਈਆਂ ਆਉਂਦੀਆਂ, ਕੀ ਪ੍ਰੋਬਲਮਸ ਆਉਂਦੀਆਂ ਉਸ ਦੀ ਬੋਡੀ ਦੇ ਵਿੱਚ? ਸਭ ਤੋਂ ਮੇਨ ਚੀਜ਼ ਉਹਦੇ ਅੰਦਰ ਬਹੁਤ ਜ਼ਿਆਦਾ ਤੋੜ ਲੱਗਦੀ ਹੈ, ਲੱਤਾਂ ਟੁੱਟਦੀਆਂ ਨੇ, ਕਹਿੰਦਾ ਉੱਠਿਆ ਨਹੀਂ ਜਾਂਦਾ, ਦੇ ਮਾਰਦਾ ਲੱਤਾਂ, ਪੂਰੇ ਜਿਸਮ 'ਚ ਦਰਦ, ਕੰਮ ਕਰਨ ਨੂੰ ਮਨ ਨਹੀਂ ਕਰਨਾ, ਮਾਨਸਿਕ ਤਣਾਅ ਹੋਣਾ। ਔਰ ਉਹ ਕਹਿੰਦਾ ਨਸ਼ਾ ਛੱਡ ਕੇ ਸੈਕਸੁਅਲ ਵੀਕਨੈਸ ਹੋ ਜਾਂਦੀ ਹੈ ਬਹੁਤ ਜ਼ਿਆਦਾ। ਇਹ ਪੇਸ਼ੈਂਟ ਆ ਕੇ ਕੰਪਲਿਕੇਸ਼ਨ ਦੱਸਦੇ ਨੇ ਕਿ ਇੱਕ ਤਾਂ ਲੱਤਾਂ ਬਹੁਤ ਜ਼ਿਆਦਾ ਟੁੱਟਦੀਆਂ ਨੇ, ਮਾਨਸਿਕ ਤਣਾਅ, ਨੀਂਦ ਦੀ ਕਮੀ, ਔਰ ਕਹਿੰਦੇ ਸੈਕਸ ਖਤਮ ਹੋ ਜਾਂਦਾ। ਤੇ ਉਹਦੀ ਇਸ ਤਿੰਨੋਂ ਚੀਜ਼ਾਂ ਨੂੰ ਅਸੀਂ ਦੇਖਦੇ ਹੋਏ ਟ੍ਰੀਟਮੈਂਟ ਕਰਦੇ ਹਾਂ ਪੇਸ਼ੈਂਟ ਦਾ। ਮੰਨ ਲਓ ਤੋੜੇ ਦੇ ਨਾਲ ਖਤਮ ਹੋ ਗਈ, ਕਿਉਂਕਿ ਇਹਦੇ ਨਾਲ ਹਾਈ ਇਮਿਊਨਿਟੀ ਹੈ, ਜਿਹੜੀਆਂ ਭਸਮਾਂ ਪਾਈਆਂ ਨੇ ਉਹ ਹਾਈ ਇਮਿਊਨਿਟੀ ਪਾਵਰ ਹੈ। ਇਹ ਜਦ ਨਸ਼ੇ ਦੀ ਡੋਜ਼ ਦੇ ਅਕੋਰਡਿੰਗ ਬਣਾਤੀ ਤਾਂ ਉਹਨੂੰ ਵੀਕਨੈਸ ਨਹੀਂ ਹੋਣੀ, ਤੋੜ ਨਹੀਂ ਲੱਗਣੀ। ਤੇ ਜਿਹੜਾ ਕਹਿੰਦਾ ਮਾਨਸਿਕ ਤਣਾਅ ਜਾਂ ਨੀਂਦ ਦੀ ਕਮੀ, ਇਹਦੇ ਨਾਲ ਅਸੀਂ ਇੱਕ ਰੈਸਟਰੋਫਿਟ ਹੈ, ਇਹ ਐਂਜ਼ਾਈਟੀ, ਡਿਪਰੈਸ਼ਨ, ਨੀਂਦ ਦੀ ਕਮੀ, ਕੋਈ ਵੀ ਪ੍ਰੋਬਲਮ ਇਹ ਖਤਮ ਕਰਦੀ ਹੈ। ਜਿਹੜਾ ਪੇਸ਼ੈਂਟ ਆ ਕੇ ਕਹਿੰਦਾ ਜੀ ਜਿਸ ਦਿਨ ਨਸ਼ਾ ਛੱਡਦਾ ਉਦੋਂ ਸੈਕਸ ਬਿਲਕੁਲ ਜ਼ੀਰੋ ਹੋ ਜਾਂਦਾ, ਉਹਦੇ ਵਾਸਤੇ ਅਸੀਂ ਇਹੀ ਤਿਆਰ ਕਰਿਆ ਨਾਈਟ ਫਾਇਰ। ਇਹ ਨਾਈਟ ਫਾਇਰ ਨਾਲ ਲਾਉਂਦੇ ਹਾਂ ਅਤੇ ਇਹ ਲਾ ਕੇ ਉਹਨੂੰ ਸੈਕਸੁਅਲ ਵੀਕਨੈਸ ਨਹੀਂ ਕਿਸੇ ਵੀ ਤਰ੍ਹਾਂ ਦੀ ਹੁੰਦੀ। ਅਤੇ ਪੇਸ਼ੈਂਟ ਦੀ ਕੰਡੀਸ਼ਨ ਦੇ ਅਕੋਰਡਿੰਗ ਉਹਨੂੰ ਟ੍ਰੀਟਮੈਂਟ ਬਣਾ ਕੇ ਦਿੰਦੇ ਹਾਂ। ਜਿਹਨੂੰ ਲੀਵਰ ਤਾਂ ਅਸੀਂ ਹਰ ਇੱਕ ਪੇਸ਼ੈਂਟ ਨੂੰ ਨਾਲ ਦਿੰਦੇ ਹੁੰਦੇ ਹਾਂ, ਕਿਉਂਕਿ ਇੱਕ ਤਾਂ ਉਹ ਨਸ਼ੇ ਦੇ ਨਾਲ ਉਹਦੀਆਂ ਅੰਤਾਂ ਦੇ ਵਿੱਚ ਲੀਵਰ ਦੇ ਵਿੱਚ ਗਰਮੀ ਭਰੀ ਹੁੰਦੀ ਹੈ, ਦੂਜੀ ਗੱਲ ਕੀ ਹੈ ਕਿ ਇਹ ਵੀ ਤਾਕਤ ਦੀ ਚੀਜ਼ ਹੈ ਅਤੇ ਪੇਟ ਖਰਾਬ ਨਾ ਹੋਵੇ, ਇਸ ਕਰਕੇ ਅਸੀਂ ਲੀਵਰ ਟੌਨਿਕ ਨਾਲ ਹਰ ਇੱਕ ਪੇਸ਼ੈਂਟ ਨੂੰ ਦਿੰਦੇ ਹਾਂ। ਲੀਵਰ ਦੀ ਚਲੋ ਬੈਸ ਤਾਂ ਜੇ ਆਪਾਂ ਗੱਲ ਕਰਦੇ ਹਾਂ ਨਸ਼ੇ ਵਾਲਿਆਂ ਨੂੰ ਵੀ ਹੁੰਦੀ ਹੈ, ਅਤੇ ਆਮ ਲੋਕਾਂ ਨੂੰ ਵੀ ਅੱਜ ਕੱਲ੍ਹ ਲੀਵਰ ਦੀ ਜਿਹੜੀ ਆ ਕਾਫੀ ਪ੍ਰੋਬਲਮ ਆਉਣੀ ਸ਼ੁਰੂ ਹੋ ਗਈ ਹੈ। ਆਮ ਜਿਹੜੇ ਵਿਅਕਤੀ ਨੇ, ਜਿਹੜੇ ਸ਼ਾਇਦ ਮੈਂ ਕਹਿੰਦਾ ਵੀ ਜਿਹੜੇ ਡਰਿੰਕ ਤੱਕ ਨਹੀਂ ਕਰਦੇ, ਉਹਨਾਂ ਨੂੰ ਵੀ ਲੀਵਰ ਦੀ ਪ੍ਰੋਬਲਮ ਆਉਣੀ ਸ਼ੁਰੂ ਹੋ ਗਈ ਹੈ। ਕੀ ਇਹ ਦਵਾਈ ਉਹਨਾਂ ਵਾਸਤੇ ਵੀ ਲਾਹੇਵੰਦ? ਖਾਣ ਪੀਣ ਜਿਹੜਾ ਹੈ ਹਰ ਇੱਕ ਕੈਮੀਕਲ ਲੋਚਾ ਹੈ। ਜੰਕ ਫੂਡ ਅੱਜ ਕੱਲ੍ਹ ਆਮ ਹੈ, ਹਰ ਘਰ ਦੇ ਵਿੱਚ ਹੈ, ਇਸ ਕਰਕੇ ਲੀਵਰ ਫੈਟੀ ਔਰ ਲੀਵਰ ਦੀ ਗਰਮੀ ਇਹ ਕਾਮਨ ਜੀ ਗੱਲ ਹੈ। ਇਹ ਹਰ ਇੱਕ ਤਰ੍ਹਾਂ ਦੇ ਲੀਵਰ ਦੇ ਜਿਹੜੇ ਪੇਸ਼ੈਂਟ ਨੂੰ ਅਸੀਂ ਦਿੰਦੇ ਹਾਂ। ਫੈਟੀ ਲੀਵਰ ਹੋ ਗਿਆ, ਇਹਦੇ ਨਾਲ ਹੋਰ ਵੀ ਕੁਝ ਦੇਣਾ ਪੈਂਦਾ, ਇਕੱਲਾ ਲੀਵਰ ਟੌਨਿਕ ਨਹੀਂ। ਜਿਵੇਂ ਸਾਡੇ ਕੋਲ ਸੀ ਬੈਕਟੋਰਮ ਜੂਸ ਵਗੈਰਾ ਹੈ, ਉਹ ਨਾਲ ਮਿਲਾ ਕੇ ਦਿੰਦੇ ਹਾਂ। ਲੀਵਰ ਦੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਖਤਮ ਹੋ ਜਾਂਦੀ ਹੈ। ਤਾਂ ਮੈਂ ਨਾ ਅੰਤ 'ਚ ਇਹ ਪੁੱਛਣਾ ਚਾਹਾਂਗਾ ਵੀ ਜਿਹੜੇ ਛੱਡ ਜਾਂਦੇ ਨੇ ਫਿਰ ਐਕਸਪੀਰੀਅੰਸ ਕਿਸ ਤਰੀਕੇ ਦਾ ਹੁੰਦਾ? ਫਿਰ ਤੁਹਾਨੂੰ ਜਿਹੜੀਆਂ ਮਾਵਾਂ ਤੁਸੀਂ ਕਿਹਾ ਵੀ ਤੁਹਾਡੇ ਕੋਲ ਆ ਕੇ ਰੋਂਦੀਆਂ ਸੀ, ਕਹਿੰਦੀਆਂ ਸੀ ਵੀ ਮੇਰੇ ਪੁੱਤ ਦਾ ਨਸ਼ਾ ਛੁਡਵਾ ਦਿਓ, ਹੁਣ ਇੱਕ ਪੁੱਤ ਹੀ ਰਹਿ ਗਿਆ, ਇੱਕ ਨਸ਼ੇ ਨਾਲ ਮਰ ਗਿਆ, ਫਿਰ ਉਹ ਮਾਵਾਂ ਦੁਆਵਾਂ ਦੇ ਕੇ ਜਾਂਦੀਆਂ? ਬਹੁਤ ਜ਼ਿਆਦਾ ਦੁਆਵਾਂ ਮਿਲਦੀਆਂ ਨੇ, ਔਰ ਦੁਆਵਾਂ ਦੀ ਹੀ ਸਾਨੂੰ ਲੋੜ ਹੈ। ਸਾਡਾ ਇਹ ਜਿਹੜਾ ਇੰਟਰਵਿਊ ਹੈ ਜਾਂ ਇਹ ਜਿਹੜੀ ਵੀਡੀਓ ਬਣ ਰਹੀ ਹੈ, ਇਹ ਕੋਈ ਪਾਪੂਲਰ ਹੋਣਾ ਜਾਂ ਪੈਸਾ ਕਮਾਉਣਾ ਮਕਸਦ ਨਹੀਂ ਹੈ। ਮਕਸਦ ਸਿਰਫ ਜਿਹੜਾ ਦਿਲੋਂ ਮਕਸਦ ਹੈ ਉਹ ਸੇਵਾ ਹੈ। ਇੱਕ ਮੁਹਿੰਮ ਚਲਾਈ ਹੈ ਕਿ ਸਾਡਾ ਪੰਜਾਬ ਨਸ਼ਾ ਮੁਕਤ ਹੋਵੇ ਬਸ, ਔਰ ਸਾਨੂੰ ਦੁਆਵਾਂ ਦੇਣ ਲੋਕ। ਇਹੀ ਸਾਡਾ ਮੇਨ ਮੋਟਿਵ ਹੈ ਕਿ ਬਿਲਕੁਲ ਹਰ ਇੱਕ ਜਿਹੜੇ ਨੌਜਵਾਨ ਨੇ ਉਹ ਨਸ਼ੇ ਤੋਂ ਬਾਹਰ ਨਿਕਲਣ, ਔਰ ਉਹਨਾਂ ਦੀ ਮਾਵਾਂ, ਉਹਨਾਂ ਦੀ ਫੈਮਿਲੀ ਸਾਨੂੰ ਦੁਆਵਾਂ ਦੇਣ। ਕੋਈ ਐਕਸਪੀਰੀਅੰਸ ਵੀ ਸ਼ੇਅਰ ਕਰੋ, ਕੋਈ ਬਾਤ ਚੋਂ ਆਈ ਹੋਵੇ, ਜ਼ਰੂਰ ਦੱਸਿਆ ਹੋਵੇ। ਇੱਕ ਕੇਸ ਥਾ ਅੰਮ੍ਰਿਤਸਰ ਦਾ, ਉਹਦਾ ਇੱਕ ਨੌਜਵਾਨ ਬੇਟਾ ਜੋ ਹੈ ਉਹ ਮਰ ਗਿਆ ਥਾ। ਫਿਰ ਉਹਦੇ 2 ਮੁੰਡੇ ਹੋਰ ਸੀਗੇ, ਉਹ 2 ਮੁੰਡੇ ਵੀ ਨਸ਼ੇ ਦੇ ਵਿੱਚ ਲੱਗੇ ਹੋਏ ਤੇ। ਪਹਿਲਾਂ ਇੱਕ ਦਾ ਮਨ ਬਣਾਇਆ ਮਾਂ ਨੇ, ਕਹਿੰਦੇ ਤੂੰ ਟ੍ਰੀਟਮੈਂਟ ਕਰ। ਮੈਂ ਡਾਕਟਰ ਸਾਹਿਬ ਦੀ ਵੀਡੀਓ ਦੇਖੀ ਹੈ ਔਰ ਬਹੁਤ ਸਾਰੇ ਪੇਸ਼ੈਂਟ ਕਹਿੰਦੇ ਠੀਕ ਹੋਏ ਨੇ। ਉਹ ਆ ਗਿਆ, ਉਹ ਪਹਿਲੇ ਦਿਨ ਤੋਂ ਉਹਦੀ ਤੋੜ ਤਕਲੀਫ ਖਤਮ ਹੋ ਗਈ। ਤਕਰੀਬਨ 1 ਮਹੀਨੇ ਦੇ ਵਿੱਚ ਉਹ ਬਿਲਕੁਲ ਠੀਕ ਹੋ ਗਿਆ। ਫਿਰ ਉਹ ਤੀਸਰੇ ਬੇਟੇ ਨੂੰ ਲੈ ਕੇ ਆਈ, ਉਹ ਜਿਹੜਾ ਤੀਸਰਾ ਉਹ ਵੀ ਬਿਲਕੁਲ ਠੀਕ ਹੈ ਅੱਜ, ਔਰ ਤਕਰੀਬਨ 1 ਸਾਲ ਦੇ ਕਰੀਬ ਹੋ ਗਿਆ। ਬਿਲਕੁਲ ਪੇਸ਼ੈਂਟ ਬਿਲਕੁਲ ਓਕੇ ਨੇ, ਔਰ ਐਸੇ ਇੱਕ ਨਹੀਂ ਬਹੁਤ ਸਾਰੇ ਨੇ, ਔਨ ਰਿਕਾਰਡ ਨੇ ਮੇਰੇ ਕੋਲ ਐਸੇ ਪੇਸ਼ੈਂਟ। ਧੰਨਵਾਦ ਜੀ ਤੁਹਾਡਾ, ਬਹੁਤ ਕਰਦੇ ਹਾਂ। ਹੁਣ ਵੀ ਫੋਨ ਆਉਂਦੇ ਬਹੁਤ। ਫੋਨ ਦੀ ਤਾਂ ਪੁੱਛੋ ਨਾ ਜੀ, ਕਿ ਤਕਰੀਬਨ ਅਗਰ ਰਾਤ ਨੂੰ 10 ਵਜੇ ਵੀ ਮੇਰਾ ਫੋਨ ਖੁੱਲਿਆ ਹੋ, ਸਾਰੀ ਰਾਤ ਵੀ ਮੈਨੂੰ ਫੋਨ ਆਈ ਜਾਣਗੇ। ਸੋ ਜਿਵੇਂ ਕਿ ਗੱਲਬਾਤ ਕਰਕੇ ਹਟੇ ਹਾਂ, ਉਮੀਦ ਹੈ ਤੁਸੀਂ ਸਾਰੀ ਗੱਲਬਾਤ ਸੁਣ ਹੀ ਲਈ ਹੋਵੇਗੀ। ਸੋ ਇਸ ਕੀ ਅੱਜ ਦੀ ਖਬਰ, ਵਧੇਰੀ ਖਬਰਾਂ ਲਈ ਜੁੜੇ ਰਹੋ ਡੇਲੀ ਪੋਸਟ ਦੇ ਨਾਲ। ਕੈਮਰਾ ਪਰਸਨ ਜਤਿੰਦਰ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ।